2 ਅੱਖਰ ਬੋਧ। ਅੱਖਰ ਬੋਧ ਪਿਆਰੇ ਬੱਚਿਓ, ਵਿਆਕਰਨ ਦਾ ਉਹ ਭਾਗ ਜਿਸ ਵਿੱਚ ਅੱਖਰਾਂ ਦੇ ਉਚਾਰਨ, ਅੱਖਰਾਂ ਦੀ ਬਣਾਵਟ, ਲਗਾ ਮਾਤਰਾਵਾਂ ਤੇ ਲਗਾਖਰਾਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ, ਉਹ ਵਰਨ ਜਾਂ ਅੱਖਰ ਬੋਧ ਅਖਵਾਉਂਦਾ ਹੈ। ਭਾਸ਼ਾ ਦਾ ਉਚਾਰਨ ਜਾਂ ਲਿਖਦੇ ਸਮੇਂ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹੋ ਚਿੰਨ੍ਹ ਹੀ ਅੱਖਰਾਂ ਦਾ ਰੂਪ ਧਾਰਨ ਕਰਦੇ ਹਨ, ਜਿਵੇਂ ਕੱਕਾ, ਚੱਚਾ, ਟੈਂਕਾ, ਤੱਤਾ, ਪੱਪਾ ਆਦਿ। ਲਿਪੀ। ਲਿਪੀ ਦਾ ਅਰਥ ਹੈ ਚਿੱਤਰਨ ਕਰਨਾ ਜਾਂ ਲਿਖਣਾ। ਜਦੋਂ ਅਸੀਂ ਕੁਝ ਬੋਲਦੇ ਹਾਂ ਤਾਂ ਸਾਡੇ ਮੂੰਹ ਵਿੱਚੋਂ ਕੁਝ ਧੁਨੀਆਂ ਨਿਕਲਦੀਆਂ ਹਨ। ਇਹ ਧੁਨੀਆਂ ਨੂੰ ਲਿਖਣ ਲਈ ਕੁਝ ਚਿੰਨ੍ਹ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਲਿਪੀ ਆਖਿਆ ਜਾਂਦਾ ਹੈ। ਗੁਰਮੁਖੀ ਲਿਪੀ। ਪੰਜਾਬੀ ਭਾਸ਼ਾ ਦੀ ਲਿਪੀ ਨੂੰ ਗੁਰਮੁਖੀ ਲਿਪੀ ਆਖਦੇ ਹਨ। ਇਸ ਨੂੰ 33 ਅੱਖਰੀ ਜਾਂ ਪੰਜਾਬੀ ਲਿਪੀ ਵੀ ਆਖਿਆ ਜਾਂਦਾ ਹੈ। ਗੁਰਮੁਖੀ ਲਿਪੀ ਵਿੱਚ 41 ਅੱਖਰ, 10 ਲਗਾਂ ਤੇ 3 ਲਗਾਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਨਮਾਲਾ। ਵਰਨਮਾਲਾ ਤੋਂ ਭਾਵ ਹੈ ਇੱਕ ਖਾਸ ਤਰਤੀਬ ਵਿੱਚ ਸਾਰੇ ਅੱਖਰਾਂ ਨੂੰ ਲਿਖਣਾ। ਗੁਰਮੁਖੀ ਲਿਪੀ ਦੀ ਆਪਣੀ ਵੱਖਰੀ ਵਰਨਮਾਲਾ ਹੈ। ਗੁਰਮੁਖੀ ਲਿਪੀ ਦੀ ਵਰਨਮਾਲਾ। ਗੁਰਮੁਖੀ ਲਿਪੀ ਬਹੁਤ ਪ੍ਰਾਚੀਨ ਲਿਪੀ ਹੈ। ਇਹ ਬ੍ਰਹਮੀ ਲਿਪੀ ਤੋਂ ਵਿਕਸਿਤ ਹੋਈ। ਗੁਰੂ ਸਾਹਿਬਾਨਾਂ ਨੇ ਇਸੇ ਲਿਪੀ ਵਿੱਚ ਬਾਣੀ ਰਚੀ ਅਤੇ ਇਸ ਦਾ ਵਿਰਸਾ ਵਿਸ਼ਾਲ ਅਤੇ ਅਮੀਰ ਕੀਤਾ। ਹੁਣ ਗੁਰਮੁਖੀ ਲਿਪੀ ਵਿੱਚ ਢੇਰ ਸਾਰਾ ਸਾਹਿਤ ਲਿਖਿਆ ਜਾ ਚੁੱਕਾ ਹੈ। ਇਹ ਪੰਜਾਬੀ ਦੀ ਸੁਤੰਤਰ ਲਿਪੀ ਹੈ, ਜੋ ਬਹੁਤ ਹੀ ਢੁਕਵੀਂ ਹੈ। ਪਹਿਲਾਂ ਪੰਜਾਬੀ ਵਰਨਮਾਲਾ ਵਿੱਚ 35 ਅੱਖਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ, ਪਰ ਫਿਰ ਅਰਬੀ, ਫਾਰਸੀ ਦੀਆਂ ਧੁਨਾਂ ਦੇ ਉਚਾਰਨ ਲਈ ਕੁਝ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਗਾ ਕੇ 6 ਨਵੇਂ ਅੱਖਰ ਬਣਾ ਦਿੱਤੇ ਗਏ। ਇਸੇ ਲਈ ਹੁਣ ਪੰਜਾਬੀ ਅੱਖਰਾਂ ਦੀ ਗਿਣਤੀ 41 ਹੋ ਗਈ ਹੈ। ਗੁਰਮੁਖੀ ਲਿਪੀ ਦੀ ਵਰਨਮਾਲਾ। ਵਰਗ ਦਾ ਨਾਂ। ਅੱਖਰ ਜਾਂ ਵਰਨ। ਮੁੱਖ ਵਰਗ ਊੜਾ, ਐੜਾ, ਈੜੀ, ਸੱਸਾ, ਹਾਹਾ। ਕੱਕਾ ਵਰਗ ਕੱਕਾ, ਖੱਖਾ, ਗੱਗਾ, ਕੱਗਾ, ਆਂ। ਚੱਚਾ ਵਰਗ ਚੱਚਾ, ਛੱਛਾ, ਜੱਜਾ, ਚੱਜਾ, ਮਾਂ। ਟੈਂਕਾ ਵਰਗ ਟੈਂਕਾ, ਠੱਠਾ, ਡੱਡਾ, ਟੱਡਾ, ਨਾਣਾ। ਤੱਤਾ ਵਰਗ ਤੱਤਾ, ਥੱਥਾ, ਦੱਦਾ, ਤੱਦਾ, ਨੰਨਾ। ਪੱਪਾ ਵਰਗ ਪੱਪਾ, ਫੱਫਾ, ਬੱਬਾ, ਪੱਬਾ, ਮੰਮਾ। ਅੰਤਮ ਵਰਗ ਯਈਆ, ਰਾਰਾ, ਲੱਲਾ, ਵਾਵਾ, ਪੜਾੜਾ। ਨਵੀਨ ਵਰਗ ਸ਼, ਖ, ਗ, ਜ਼, ਫ, ਲ। ਵਰਨਾਂ ਜਾਂ ਅੱਖਰਾਂ ਦੀਆਂ ਕਿਸਮਾਂ। ਪੰਜਾਬੀ ਵਰਨਮਾਲਾ ਦੇ ਸਾਰੇ ਅੱਖਰਾਂ ਨੂੰ ਮੁੱਖ ਤੌਰ ਤੇ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਸਵਰ ਅੱਖਰ, ਵਿਅੰਜਨ ਅੱਖਰ, ਅਨੁਨਾਸਕੀ ਜਾਂ ਨਾਸਕੀ ਅੱਖਰ, ਦੁੱਤ ਅੱਖਰ। ਸਵਰ ਅੱਖਰ ਉਹ ਅੱਖਰ ਜੋ ਦੂਜੇ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਹੀ ਬੋਲੇ ਜਾਂਦੇ ਹਨ, ਉਹਨਾਂ ਨੂੰ ਸਵਰ ਅੱਖਰ ਆਖਿਆ ਜਾਂਦਾ ਹੈ। ਇਹ ਸੁਤੰਤਰ ਰੂਪ ਵਿੱਚ ਰਹਿੰਦੇ ਹਨ ਤੇ ਬਿਨਾਂ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਉਚਾਰਨ ਕੀਤੇ ਜਾਂਦੇ ਹਨ। ਗੁਰਮੁਖੀ ਵਰਨਮਾਲਾ ਵਿੱਚ ਸਵਰ ਅੱਖਰਾਂ ਦੀ ਗਿਣਤੀ 3 ਹੈ। ਊੜਾ, ਐੜਾ, ਈੜੀ। ਇਹਨਾਂ ਤਿੰਨਾਂ ਸਵਰ ਅੱਖਰਾਂ ਨਾਲ ਕੁਝ ਚਿੰਨ੍ਹ ਲਗਾ ਕੇ ਉਹਨਾਂ ਤੋਂ 10 ਲਗਾਂ ਮਾਤਰਾਵਾਂ ਬਣਦੀਆਂ ਹਨ। ਸਵਰ ਦੀਆਂ ਕਿਸਮਾਂ। ਉਚਾਰਨ ਦੀ ਦ੍ਰਿਸ਼ਟੀ ਤੋਂ ਸਵਰ 3 ਪ੍ਰਕਾਰ ਦੇ ਹਨ। ਮੂਲ ਜਾਂ ह्रस्व स्वर, दीर्घ स्वर, प्लुत स्वर। मूल ਜਾਂ ह्रस्व स्वर ਉਸ ਸਵਰ ਨੂੰ ਆਖਦੇ ਹਨ ਜਿਨ੍ਹਾਂ ਦੇ ਉਚਾਰਨ ਵਿੱਚ ਘੱਟ ਸਮਾਂ ਲੱਗਦਾ ਹੈ। ਗੁਰਮੁਖੀ ਵਿੱਚ ਇਹ 3 ਹਨ: ਮੁਕਤਾ, ਸਿਹਾਰੀ ਅਤੇ ਔਂਕੜ। ਦੀਰਘ ਸਵਰ। ਦੀਰਘ ਸਵਰ ਉਹਨਾਂ ਸਵਰਾਂ ਨੂੰ ਆਖਦੇ ਹਨ ਜਿਨ੍ਹਾਂ ਦੇ ਉਚਾਰਨ ਵਿੱਚ ਮੂਲ ਸਵਰਾਂ ਨਾਲੋਂ ਲਗਭਗ 2 ਗੁਣਾ ਸਮਾਂ ਲੱਗਦਾ ਹੈ। ਗੁਰਮੁਖੀ ਵਿੱਚ 7 ਦੀਰਘ ਸਵਰ ਹਨ।
ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਅਤੇ ਕਨੌੜਾ। ਪਲੁਤ ਸਵਰ ਉਹਨਾਂ ਨੂੰ ਆਖਦੇ ਹਨ ਜਿਨ੍ਹਾਂ ਦਾ ਉਚਾਰਨ ਮੂਲ ਜਾਂ hrਸਵ ਸਵਰਾਂ ਨਾਲੋਂ 3 ਗੁਣਾ ਵਧੇਰੇ ਆਵਾਜ਼ ਨਾਲ ਕੀਤਾ ਜਾਂਦਾ ਹੈ। ਆਮ ਤੌਰ ਤੇ ਇਸ ਸਵਰ ਦਾ ਉਚਾਰਨ ਕਿਸੇ ਵਿਅਕਤੀ ਨੂੰ ਦੂਰੋਂ ਆਵਾਜ਼ ਮਾਰਨ ਲਈ ਕੀਤਾ ਜਾਂਦਾ ਹੈ, ਜਿਵੇਂ ਓ ਮੁੰਡਿਆ, ਓ ਮਹਿੰਦਰ ਆਦਿ। ਵਿਅੰਜਨ ਅੱਖਰ, ਜਿਹੜੇ ਅੱਖਰਾਂ ਦਾ ਉਚਾਰਨ ਹੋਰ ਅੱਖਰਾਂ ਦੀ ਸਹਾਇਤਾ ਨਾਲ ਹੋਵੇ ਉਹ ਵਿਅੰਜਨ ਅੱਖਰ ਹੁੰਦੇ ਹਨ। ਗੁਰਮੁਖੀ ਵਰਣਮਾਲਾ ਵਿੱਚ ਸੱਸੇ ਤੋਂ ਲੈ ਕੇ ੜਾੜਾ ਤੱਕ ਸਾਰੇ ਵਿਅੰਜਨ ਅੱਖਰ ਹਨ। ਨਵੀਨ ਟੋਲੀ ਦੇ ਸਾਰੇ ਅੱਖਰ ਵੀ ਵਿਅੰਜਨ ਅੱਖਰਾਂ ਵਿੱਚ ਹੀ ਸ਼ਾਮਿਲ ਕੀਤੇ ਜਾਂਦੇ ਹਨ। ਅਨੁਨਾਸਕ ਜਾਂ ਨਾਸਕੀ ਅੱਖਰ, ਜਿਨ੍ਹਾਂ ਗੁਰਮੁਖੀ ਅੱਖਰਾਂ ਦੇ ਉਚਾਰਨ ਸਮੇਂ ਆਵਾਜ਼ ਨੱਕ ਵਿੱਚੋਂ ਦੀ ਹੋ ਕੇ ਨਿਕਲੇ ਉਹ ਅਨੁਨਾਸਕ ਜਾਂ ਨਾਸਕੀ ਅੱਖਰ ਅਖਵਾਉਂਦੇ ਹਨ। ਗੁਰਮੁਖੀ ਵਰਣਮਾਲਾ ਵਿੱਚ ਅੰਗਾ, ਵਾਵਾ, ਨਾਣਾ, ਨੰਨਾ, ਵਾਵਾ ਨਹੀਂ ਹੈ, ਰਿਪੀਟ, ਗਲਤ ਲਿਖਿਆ, ਅੰਗਾ, ਅੰਮਾ, ਨਾਣਾ, ਨੰਨਾ ਅਤੇ ਮੰਮਾ 5 ਨਾਸਕੀ ਅੱਖਰ ਹਨ। ਦੁੱਤ ਅੱਖਰ, ਜੋ ਅੱਖਰ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਂਦੇ ਹਨ ਉਹ ਦੁੱਤ ਅੱਖਰ ਅਖਵਾਉਂਦੇ ਹਨ। ਪੈਰ ਵਿੱਚ ਪੈਣ ਵਾਲਾ ਅੱਖਰ ਅੱਧਾ ਹੁੰਦਾ ਹੈ। ਪੰਜਾਬੀ ਵਰਣਮਾਲਾ ਵਿੱਚ 3 ਹਾਹਾ, ਰਾਰਾ ਅਤੇ ਵਾਵਾ ਦੁੱਤ ਅੱਖਰ ਹਨ। ਇਹਨਾਂ ਦੀ ਵਰਤੋਂ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਅੱਧੇ ਰੂਪ ਵਿੱਚ ਹੁੰਦੀ ਹੈ, ਜਿਵੇਂ ਹਾਹਾ, ਪੜ, ਜੜ, ਥੋੜਾ, ਰੋੜ, ਵਰਾ ਆਦਿ। ਰਾਰਾ ਪ੍ਰਚਾਰ, ਪ੍ਰਕਾਸ਼, ਪ੍ਰਤਾਪ ਆਦਿ। ਵਾਵਾ ਸਵੈ ਰੁਜ਼ਗਾਰ, ਸਵੈ ਭਰੋਸਾ, ਸਵੈ ਚਾਲਕ, ਸਵੈ ਜੀਵਨੀ ਆਦਿ। ਨੋਟ, ਹੁਣ ਪੈਰ ਵਿੱਚ ਪੈਣ ਵਾਲੇ ਵਾਵਾ ਅੱਖਰ ਦੀ ਵਰਤੋਂ ਤਕਰੀਬਨ ਖਤਮ ਹੋ ਗਈ ਹੈ। ਹੁਣ ਅੱਧੇ ਦੀ ਥਾਂ ਤੇ ਪੂਰਾ ਵਾਵਾ ਪਾਇਆ ਜਾਂਦਾ ਹੈ। ਲਗਾਂ ਅਤੇ ਲਗਾਖਰ, ਪੰਜਾਬੀ ਭਾਸ਼ਾ ਨੂੰ ਲਿਖਣ ਲਈ ਅੱਖਰਾਂ ਦੇ ਨਾਲ ਕੁਝ ਚਿੰਨ੍ਹ ਲਗਾਏ ਜਾਂਦੇ ਹਨ ਜਿਨ੍ਹਾਂ ਨੂੰ ਲਗਾਂ ਆਖਿਆ ਜਾਂਦਾ ਹੈ। ਇਹ ਲਗਾਂ 3 ਸਵਰ ਅੱਖਰਾਂ ਊੜਾ, ਐੜਾ, ਈੜੀ ਨੂੰ ਲਗਾਏ ਗਏ ਚਿੰਨ੍ਹ ਹੁੰਦੇ ਹਨ ਅਤੇ ਇਹੋ ਹੀ ਸਵਰ ਮੁਹਾਰਨੀ ਹੁੰਦੀ ਹੈ, ਜਿਵੇਂ ਅ, ਆ, ਏ, ਈ, ਊ, ਊ, ਏ, ਐ, ਓ, ਔ। ਸਵਰ ਅੱਖਰਾਂ ਨੂੰ ਪਰੇ ਕਰਨ ਤੋਂ ਬਾਅਦ ਜੋ ਚਿੰਨ੍ਹ ਬਾਕੀ ਰਹਿੰਦੇ ਹਨ ਬਸ ਉਹ ਹੀ ਲਗਾਂ ਹਨ। ਪੰਜਾਬੀ ਵਿੱਚ ਇਹ 10 ਲਗਾਂ ਦੇ ਨਾਂ ਅਤੇ ਚਿੰਨ੍ਹ ਇਸ ਪ੍ਰਕਾਰ ਹਨ। ਮੁਹਾਰਨੀ ਸ਼ਬਦਾਂ ਦੀਆਂ ਉਦਾਹਰਨਾਂ। ਮੁਕਤਾ ਚਿੰਨ੍ਹ ਰਹਿਤ। ਚਰਨ, ਅਦਰਕ, ਅਜਗਰ। ਕੰਨਾ ਤਾਰ, ਨਾਕ, ਦਾਕ। ਸਿਹਾਰੀ ਕਿਸ, ਸਿਰ, ਗਿਰ। ਬਿਹਾਰੀ ਨਦੀ, ਪੀਰ, ਨੀਰ। ਔਂਕੜ ਤੁਰ, ਉਸ, ਉੱਪਰ। ਦੁਲੈਂਕੜ ਬੂੰਦ, ਊਣਾ, ਚੂਰਾ। ਲਾਂ ਵੇਲ, ਏਕਤਾ, ਪੇਪਰ। ਦੁਲਾਵਾਂ ਐਬ, ਪੈਰ, ਖੈਰ। ਹੋੜਾ ਮੋੜ, ਤੋਲ, ਵੋਟ। ਕਨੌੜਾ ਤੌਰ, ਔਖਾ, ਸੌਖਾ। ਲਗਾਂ ਦੀ ਵਰਤੋਂ। ਪੰਜਾਬੀ ਦੀਆਂ ਸਾਰੀਆਂ 10 ਲਗਾਂ ਲੋੜ ਅਨੁਸਾਰ ਸਾਰੇ ਵਿਅੰਜਨਾਂ ਨਾਲ ਲੱਗਦੀਆਂ ਹਨ, ਪਰ ਸਵਰ ਅੱਖਰਾਂ ਊੜਾ, ਐੜਾ, ਈੜੀ ਨਾਲ ਇਹਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ। ਊੜਾ ਨਾਲ ਕੇਵਲ 3 ਲਗਾਂ ਲੱਗਦੀਆਂ ਹਨ। ਔਂਕੜ ਉਸ, ਉਹ, ਉੱਗਾ, ਉੱਚਾ, ਉੱਨਤ, ਉੱਤਰ ਆਦਿ। ਦੁਲੈਂਕੜ ਸਾਊ, ਊਚ, ਊਠ, ਊਣਾ, ਊਗ, ਉਦਮ ਆਦਿ। ਹੋੜਾ ਓਮ, ਓਟ, ਓੜਕ, ਓਪਰ, ਓਸ ਆਦਿ। ਐੜਾ ਨਾਲ ਕੇਵਲ 4 ਲਗਾਂ ਲੱਗਦੀਆਂ ਹਨ। ਮੁਕਤਾ ਅਰਕ, ਅਜਰ, ਅਮਲ, ਅਸਲ ਆਦਿ। ਕੰਨਾ ਆਸ, ਆਟਾ, ਆਰੀ, ਆਸਣ ਆਦਿ। ਦੁਲਾਵਾਂ ਐਸਾ, ਐਬ, ਐਨਕ, ਐਤਵਾਰ ਆਦਿ। ਕਨੌੜਾ ਔਲਾ, ਔਖਾ, ਔਰਤ,
ਔਕੜ ਆਦਿ। ਈੜੀ ਨਾਲ ਕੇਵਲ 3 ਲਗਾਂ ਲੱਗਦੀਆਂ ਹਨ। ਸਿਹਾਰੀ, ਇਸ, ਇੱਕ, ਇੱਧਰ, ਇਮਲੀ, ਇਸਤਰੀ ਆਦਿ। ਬਿਹਾਰੀ, ਈਦ, ਈਰਖਾ, ਈਨ, ਈਸਾ, ਈਸ਼ਵਰ ਆਦਿ। बिहारी, ईद, ईर्खा, ईन, ईसा, ईश्वर आदि। ला, एस, इधर, एका, एकम, एकड़ आदि। लगाखर, लगाखर 2 ਅੱਖਰਾਂ ਦੇ ਮੇਲ ਨਾਲ ਬਣਿਆ ਹੈ, ਜਿਵੇਂ ਲਗ ਅਤੇ ਅੱਖਰ। ਭਾਵ ਜਿਹੜੇ ਚਿੰਨ੍ਹ ਅੱਖਰਾਂ ਨੂੰ ਲਗਾਂ ਲਗਾ ਕੇ ਫਿਰ ਲਗਾਂ ਦੇ ਨਾਲ ਸਹਾਇਕ ਚਿੰਨ੍ਹ ਵਜੋਂ ਵਰਤੇ ਜਾਂਦੇ ਹਨ, ਉਹ ਲਗਾਖਰ ਹੁੰਦੇ ਹਨ। ਸ਼ਬਦਾਂ ਦੇ ਸ਼ੁੱਧ ਰੂਪ ਲਈ ਪੰਜਾਬੀ ਵਿੱਚ ਲਗਾਖਰਾਂ ਦਾ ਬਹੁਤ ਮਹੱਤਵ ਹੈ। ਲਗਾਖਰਾਂ ਦੀ ਵਰਤੋਂ ਤੋਂ ਬਿਨਾਂ ਤਾਂ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ। ਪੰਜਾਬੀ ਭਾਸ਼ਾ ਵਿੱਚ 3 ਲਗਾਖਰ ਹਨ: ਬਿੰਦੀ, ਟਿੱਪੀ, ਅੱਧਕ। ਲਗਾਖਰਾਂ ਦੀ ਵਰਤੋਂ। ਬੱਚਿਓ, ਪੰਜਾਬੀ ਦੀਆਂ 10 ਲਗਾਂ ਦੇ ਨਾਲ 3 ਲਗਾਖਰਾਂ ਦੀ ਇੱਕੋ ਜਿਹੀ ਵਰਤੋਂ ਨਹੀਂ ਹੁੰਦੀ, ਸਗੋਂ ਵੱਖ-ਵੱਖ ਲਗਾਂ ਨਾਲ ਵੱਖੋ ਵੱਖਰੇ ਲਗਾਖਰ ਲੱਗਦੇ ਹਨ। ਬਿੰਦੀ, ਬਿੰਦੀ ਅਤੇ ਟਿੱਪੀ ਦੀ ਆਵਾਜ਼ ਨੱਕ ਰਾਹੀਂ ਨਿਕਲਦੀ ਹੈ। ਇਸ ਨੂੰ ਭਾਸ਼ਾ ਵਿਗਿਆਨੀ ਅੱਧੇ ਨੰਨੇ ਦੀ ਆਵਾਜ਼ ਵੀ ਆਖਦੇ ਹਨ। ਇਸ ਦੀ ਵਰਤੋਂ ਸ਼ਬਦਾਂ ਨੂੰ ਨਾਸਕੀ ਰੂਪ ਦਿੰਦੀ ਹੈ। ਕੁਝ ਲਗਾਂ ਨਾਲ ਬਿੰਦੀ ਲੱਗਦੀ ਹੈ ਅਤੇ ਕੁਝ ਨਾਲ ਟਿੱਪੀ ਲੱਗਦੀ ਹੈ। ਬਿੰਦੀ ਦੀ ਵਰਤੋਂ 6 ਲਗਾਂ ਨਾਲ ਹੁੰਦੀ ਹੈ। ਕੰਨਾਂ ਨਾਲ ਕਾਂ, ਮਾਂ, ਛਾਂ, ਖਾਂ ਆਦਿ। ਬਿਹਾਰੀ ਨਾਲ ਮੀ, ਸ਼ੀ, ਜੀਂਦ, ਨੀ ਆਦਿ। ਲਾਂ ਨਾਲ ਗੇਂਦ, ਪੇਂਟ, ਸੇਂਦ, ਕੇਂਦਰ ਆਦਿ। ਦੁਲਾਵਾਂ ਨਾਲ ਪੈਂਦ, ਮੈਂ, ਤੈਂ, ਪੈਂਦਾ ਆਦਿ। ਹੋੜਾਂ ਨਾਲ ਗੋਂਦ, ਰੋਂਦੂ, ਤੈਥੋਂ, ਮੈਥੋਂ ਆਦਿ। ਕਨੌੜਾ ਨਾਲ ਜੌਂ, ਭੌਂ, ਸੌਂ, ਪੌਂ ਆਦਿ। ਟਿੱਪੀ, ਟਿੱਪੀ ਦੀ ਵਰਤੋਂ 4 ਲਗਾਂ ਨਾਲ ਹੁੰਦੀ ਹੈ। ਮੁਕਤਾ, ਸੰਤ, ਕੰਤ, ਗੰਨ, ਖੰਡ, ਅੰਬ ਆਦਿ। ਸਿਹਾਰੀ, ਹਿੰਗ, ਪਿੰਡ, ਸਿੰਘ, ਹਿੰਮਤ ਆਦਿ। ਔਂਕੜ, ਸੁੰਡ, ਪੁੰਨ, ਕੁੰਡ, ਸੁੰਦਰ, ਮੁੰਦਰੀ ਆਦਿ। ਦੁਲੈਂਕੜ, ਡੂੰਗਾ, ਰੂੰ, ਕੂੰਡਾ, ਚੂੰਡੀ, ਪੂੰਤ ਆਦਿ। ਅੱਧਕ, ਜਦੋਂ ਕਿਸੇ ਸ਼ਬਦ ਦੇ ਉਚਾਰਨ ਵਿੱਚ ਕਿਸੇ ਅੱਖਰ ਦੀ ਆਵਾਜ਼ ਦੂਰੀ ਹੋ ਕੇ ਨਿਕਲੇ ਤਾਂ ਉਸ ਦੇ ਪਹਿਲੇ ਅੱਖਰ ਉੱਤੇ ਅੱਧਕ ਲਗਾਈ ਜਾਂਦੀ ਹੈ, ਜਿਵੇਂ ਸੱਟ, ਵੱਟ, ਕੱਟਾ, ਕੱਟਾ, ਸੱਚਾ, ਬੱਚਾ, ਲੁੱਚਾ, ਸੁੱਚਾ, ਪੱਕਾ, ਖੱਟੀ, ਚੱਟੀ, ਸੱਚੀ, ਪੱਖੀ, ਹੱਟੀ, ਜੱਟੀ, ਨਿੱਕੀ, ਟਿੱਕੀ, ਬਿੱਲੀ, ਭੁੱਖਾ, ਰੁੱਖਾ, ਹੁੱਕਾ, ਸੁੱਕਾ, ਪੁੱਠਾ, ਕੁੱਤਾ, ਸੁੱਕੀ, ਦੁੱਕੀ, ਉੱਚੀ, ਜੁੱਤੀ, ਠੁੱਡਾ, ਮੱਟੀ ਆਦਿ। ਯਾਦ ਰੱਖੋ ਜੀ, ਅੱਖਰਾਂ ਜਾਂ ਵਰਨਾਂ ਦੀ ਸਹਾਇਤਾ ਨਾਲ ਹੀ ਭਾਸ਼ਾ ਲਿਖੀ ਜਾਂਦੀ ਹੈ। ਅੱਖਰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ। ਅੱਖਰ ਨੂੰ ਹੋਰ ਛੋਟਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਵਰਣਮਾਲਾ ਦੇ ਕੁੱਲ 41 ਅੱਖਰ ਹਨ। ਪੰਜਾਬੀ ਵਰਣਮਾਲਾ ਦਾ ਨਾਂ ਗੁਰਮੁਖੀ ਜਾਂ 35 ਅੱਖਰੀ ਹੈ। ਪੰਜਾਬੀ ਵਰਣਮਾਲਾ ਨੂੰ 8 ਵਰਗਾਂ ਵਿੱਚ ਲਿਖਿਆ ਜਾਂਦਾ ਹੈ। ਅੱਖਰ 4 ਪ੍ਰਕਾਰ ਦੇ ਹੁੰਦੇ ਹਨ। ਵਾਵਾ ਦੁੱਤ ਅੱਖਰ ਦੀ ਵਰਤੋਂ ਘਟ ਗਈ ਹੈ। ਨਾਸਕੀ ਅੱਖਰਾਂ ਦੀ ਆਵਾਜ਼ ਨੱਕ ਰਾਹੀਂ ਆਉਂਦੀ ਹੈ। ਨਵੀਨ ਵਰਗ ਦੇ 6 ਅੱਖਰ ਅਰਬੀ ਫਾਰਸੀ ਦੀਆਂ ਧੁਨਾਂ ਦੇ ਉਚਾਰਨ ਲਈ ਵਰਤੇ ਜਾਂਦੇ ਹਨ।